ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 18ਵੇਂ ਵਿੱਚ ਅੱਜ ਆਪਾਂ ਭਾਈ ਕਨ੍ਹਈਆ ਜੀ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਹਾੜੀ ਰਾਜਿਆਂ ਅਤੇ ਸੂਬਿਆਂ ਨੇ ਘੇਰਾ ਪਾਇਆ ਹੋਇਆ ਸੀ। ਸਾਰੇ ਰਸਤੇ ਉਹਨਾਂ ਨੇ ਮੋਰਚੇ ਲਾ ਕੇ ਬੰਦ ਕੀਤੇ ਹੋਏ ਸਨ। ਸਿੰਘਾਂ ਦਾ ਅਤੇ ਤੁਰਕਾਂ ਦਾ ਆਪਸ ਵਿੱਚ ਘਮਾਸਾਨ ਯੁੱਧ ਚੱਲ ਰਿਹਾ ਸੀ। ਬਹੁਤ ਭਾਰੀ ਗੋਲਾ ਬਾਰੂਦ ਚੱਲ ਰਿਹਾ ਸੀ। ਗੁਰੂ ਜੀ ਨੇ ਥਾਂ ਥਾਂ ਮੋਰਚਿਆਂ ਵਿੱਚ ਸਿੰਘਾਂ ਨੂੰ ਸਾਵਧਾਨ ਕਰ ਦਿੱਤਾ, ਇਹਨਾਂ ਦੁਸ਼ਟਾਂ ਵੈਰੀਆਂ ਨੂੰ ਨੇੜੇ ਨਾ ਹੋਣ ਦਿਓ, ਸ਼ਸਤਰ ਚਲਾ ਕੇ ਇਹਨਾਂ ਨੂੰ ਮਾਰੋ। ਇੱਧਰ ਸਿੰਘਾਂ ਨੇ ਰਾਤ ਨੂੰ ਹਮਲਾ ਕਰਕੇ ਕਈ ਤੁਰਕਾਂ ਦਾ ਨਾਸ਼ ਕਰ ਦਿੱਤਾ। ਜ਼ਬਰਦਸਤ ਖਾਂ ਅਤੇ ਵਜ਼ੀਦ ਖਾਂ ਦੋਵੇਂ ਸੂਬੇ ਸ਼ਰਮ ਵਿੱਚ ਡੁੱਬ ਗਏ। ਫਿਰ ਉਹਨਾਂ ਨੇ ਹਿਰਦੇ ਵਿੱਚ ਕ੍ਰੋਧ ਧਾਰ ਕੇ ਅਤੇ ਅੱਖਾਂ ਫੇਰ ਕੇ ਪਹਾੜੀ ਰਾਜਿਆਂ ਨੂੰ ਤਾੜਨਾ ਕੀਤੀ। ਆਪ ਨਿਸ਼ਚਿੰਤ ਹੋ ਕੇ ਬੈਠੇ ਹੋ, ਬਾਦਸ਼ਾਹ ਦੀ ਫੌਜ ਮਰਵਾ ਦਿੱਤੀ ਹੈ। ਕਈ ਹਜ਼ਾਰ ਫੌਜ ਮਰ ਕੇ ਖਤਮ ਹੋ ਗਈ ਅਤੇ ਜਗਤ ਵਿੱਚ ਸਾਡੀ ਨਿੰਦਿਆ ਛਾ ਗਈ ਹੈ। ਜਦ ਤੁਸੀਂ ਬਾਦਸ਼ਾਹ ਦੇ ਪਾਸ ਗਏ ਸੀ ਤਾਂ ਕਿਹਾ ਸੀ ਕਿ ਸਤਿਗੁਰੂ ਜੀ ਦੇ ਪਾਸ ਕੋਈ ਸੈਨਾ ਨਹੀਂ ਹੈ। ਹੁਣ ਇਹ ਕੌਣ ਵਿੱਚ ਹੋ ਕੇ ਲੜਾਈ ਕਰਦਾ ਹੈ? ਇਸ ਬਾਰੇ ਕੁਝ ਪਤਾ ਨਹੀਂ ਲੱਗਦਾ। ਇਸ ਬਾਰੇ ਕਿਉਂ ਨਹੀਂ ਕੁਝ ਬੋਲਦੇ ਹੋ? ਪਹਾੜੀ ਰਾਜਿਆਂ ਨੇ ਕਈ ਹਜ਼ਾਰ ਧਨ ਸੂਬਿਆਂ ਨੂੰ ਦਿੱਤਾ। ਜਦ ਵੀ ਕਦੀ ਇਸ ਪ੍ਰਕਾਰ ਗੁੱਸੇ ਹੋਏ ਤਾਂ ਪਹਾੜੀ ਰਾਜਿਆਂ ਨੇ ਡਰ ਕੇ ਕਈ ਵਾਰੀ ਧਨ ਦਿੱਤਾ। ਇੱਧਰ ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ, ਤੋਪਾਂ ਨੂੰ ਲਿਆਓ, ਇਸ ਉੱਚੇ ਸਥਾਨ 'ਤੇ ਖੜੀਆਂ ਕਰਕੇ ਗੋਲੇ ਪਾ ਕੇ ਚਲਾਓ। ਸਿੰਘਾਂ ਨੇ ਉਸ ਤਰ੍ਹਾਂ ਹੀ ਕੀਤਾ। ਇੱਕ ਤੋਪ ਦਾ ਨਾਮ ਬਾਘਣ ਰੱਖਿਆ ਸੀ ਅਤੇ ਦੂਸਰੀ ਨੂੰ ਸਤਿਗੁਰੂ ਜੀ ਬਿਜਘੋਕ ਕਹਿੰਦੇ ਸਨ। ਦੋਵਾਂ ਨੂੰ ਦੀਵਾਨ ਅੱਗੇ ਖੜੀਆਂ ਕਰਕੇ ਚੰਦਨ ਅਤੇ ਫੁੱਲਾਂ ਨਾਲ ਉਹਨਾਂ ਦੀ ਪੂਜਾ ਕੀਤੀ। ਪੱਕੇ ਕਿਲੇ ਢਾਉਣ ਵਾਸਤੇ, ਭਿਆਨਕ ਲਸ਼ਕਰਾਂ ਨੂੰ ਮਾਰਨ ਵਾਸਤੇ ਅਤੇ ਖਾਲਸੇ ਨੂੰ ਉਤਸ਼ਾਹਿਤ ਕਰਨ ਵਾਸਤੇ ਅਤੇ ਦੁਸ਼ਟਾਂ ਨੂੰ ਬੇਹਾਲ ਕਰਨ ਲਈ ਇਹ ਤੋਪ ਬਣਾਈ ਹੈ। ਫਿਰ ਸਿੰਘਾਂ ਨੇ ਸਤਿਗੁਰੂ ਜੀ ਪਾਸੋਂ ਆਗਿਆ ਲੈ ਕੇ ਬਰੂਦ ਪਾ ਕੇ ਗੋਲਾ ਕੱਸ ਦਿੱਤਾ। ਬਣਾਤੀ ਤੰਬੂ ਦਾ ਨਿਸ਼ਾਨਾ ਬੰਨ੍ਹਿਆ। ਤੁਰਕਾਂ ਦਾ ਬਨਾਤੀ ਤੰਬੂ ਡੋਰਾਂ ਨਾਲ ਬੰਨ੍ਹਿਆ ਸੀ। ਤਿੰਨਾਂ ਵੈਰੀਆਂ ਵੱਲ ਬਰਾਬਰ ਤੋਪ ਦਾ ਮੂੰਹ ਕੀਤਾ। ਭਲੀ ਪ੍ਰਕਾਰ ਨਿਸ਼ਾਨਾ ਤੱਕ ਕੇ ਤਿਆਰੀ ਕੀਤੀ। ਫਿਰ ਤੁਰੰਤ ਪਲੀਤੇ ਨੂੰ ਤੋੜਾ ਲਾਇਆ। ਵੱਡੀ ਆਵਾਜ਼ ਨਾਲ ਚੱਲੀ ਅਤੇ ਘੂਕਦੀ ਹੋਈ ਨੇ ਬੜੀ ਛੇਤੀ ਜਾ ਕੇ ਵੈਰੀ ਦਾ ਸਿਰ ਭੰਨ ਦਿੱਤਾ। ਬਾਘਣ ਦਾ ਗੋਲਾ ਛੱਡ ਕੇ ਫਿਰ ਬਿਜਘੋਕ ਤਿਆਰ ਕੀਤੀ। ਛੂਕਦਾ ਹੋਇਆ ਤਦ ਗੋਲਾ ਚੱਲਿਆ। ਸੂਬੇ ਦਾ ਖੜਾ ਝੰਡਾ ਵੇਖ ਕੇ ਉਸ ਦਾ ਨਿਸ਼ਾਨਾ ਤੱਕ ਕੇ ਉਸ ਵੱਲ ਗੋਲਾ ਮਾਰਿਆ। ਫਿਰ ਕੁਝ ਵੀ ਦੇਰ ਨਾ ਲੱਗੀ। ਭਿਆਨਕ ਆਵਾਜ਼ ਸੁਣ ਕੇ ਦਿਲ ਕੰਬ ਉੱਠੇ। ਥੈਲੀ ਨੂੰ ਪਾ ਕੇ ਗੱਜ ਠੋਕਦੇ ਹਨ ਅਤੇ ਪਲੀਤੇ ਵਿੱਚ ਤੁਰੰਤ ਤੋੜਾ ਪਾਉਂਦੇ ਹਨ। ਤੰਬੂ ਦਾ ਕਲਸ਼ ਉਡਾ ਕੇ ਝੰਡੇ ਨੂੰ ਡੇਗ ਦਿੱਤਾ। ਟੁੱਟ ਕੇ ਉਹ ਧਰਤੀ 'ਤੇ ਡਿੱਗ ਪਿਆ। ਤਦ ਬਹੁਤ ਉੱਚੀ ਸ਼ੋਰ ਮਚਿਆ। ਇਸ ਪ੍ਰਕਾਰ ਗੋਲੇ ਚੱਲੇ ਜਿਹੜੇ ਲਸ਼ਕਰ ਵਿੱਚ ਜਾ ਕੇ ਲੱਗੇ। ਵਜ਼ੀਦ ਖਾਂ ਅਤੇ ਲਾਹੌਰ ਦਾ ਸੂਬੇਦਾਰ ਦੋਵੇਂ ਗੋਲੀਆਂ ਦੀ ਐਸੀ ਮਾਰ ਵੇਖ ਕੇ ਆਪਣੇ ਸਥਾਨ ਨੂੰ ਛੱਡ ਕੇ ਭੱਜ ਉੱਠੇ ਅਤੇ ਉਸ ਸਮੇਂ ਨਾ ਕੋਈ ਹਥਿਆਰ ਅਤੇ ਨਾ ਕੋਈ ਕੱਪੜਾ ਸੰਭਾਲਿਆ। ਫਿਰ ਆਪਣੇ ਵਾਹਣਾਂ ਦੀ ਕੌਣ ਉਡੀਕ ਕਰੇ? ਤਦ ਬੇਹਾਲ ਹੋ ਕੇ ਦੋਵੇਂ ਸਰਦਾਰ ਭੱਜ ਉੱਠੇ। ਫਿਰ ਆਪਣੇ ਸਥਾਨ ਵਿੱਚ ਨਾ ਠਹਿਰੇ। ਤੁਰਕਾਂ ਨੇ ਭੱਜ ਕੇ ਕਿਨਾਰਾ ਕੀਤਾ। ਗੋਲੀਆਂ ਦੀ ਐਸੀ ਮਾਰ ਕੀਤੀ। ਦੋ ਤੋਪਾਂ ਬਾਰ-ਬਾਰ ਚਲਦੀਆਂ ਸਨ। ਤੁਰਕਾਂ ਦੇ ਬਹੁਤ ਸੂਰਮੇ ਮਾਰ ਦਿੱਤੇ। ਉਹਨਾਂ ਨੇ ਫਿਰ ਵਿਚਾਰ ਕੀਤੀ ਕਿ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਕੱਪੜੇ ਅਤੇ ਹਥਿਆਰ ਛੱਡ ਕੇ ਭੱਜਦੇ ਹਨ ਅਤੇ ਤੁਰਕਾਂ ਵਿੱਚ ਭਾਰੀ ਡਰ ਛਾ ਗਿਆ। ਸਿਰ ਫਟ ਗਏ, ਪੈਰ ਟੁੱਟ ਗਏ। ਫਿਰ ਧਾਰੇ ਹੋਏ ਹਥਿਆਰ ਵੀ ਹੱਥਾਂ ਵਿੱਚੋਂ ਨਿਕਲ ਗਏ। ਬਹੁਤ ਦੂਰ ਡੇਰੇ ਲਾਏ ਸਨ, ਪਰ ਉੱਥੋਂ ਤੱਕ ਵੀ ਗੋਲੇ ਆਉਂਦੇ ਸਨ। ਐਸੀ ਭਾਰੀ ਦਰਾਜ ਤੋਪ ਕਿੱਥੋਂ ਆਈ ਹੈ? ਇੱਥੇ ਨਿਵਾਸ ਕੀਤਿਆਂ ਨੂੰ ਕਈ ਦਿਨ ਬੀਤ ਗਏ ਹਨ। ਕੋਈ ਗੋਲਾ ਵੀ ਨਹੀਂ ਪਹੁੰਚ ਸਕਿਆ ਹੈ, ਨਾ ਕਿਸੇ ਨੇ ਮਾਰਿਆ ਹੈ। ਅੱਜ ਇਹ ਕੀ ਕੌਤਕ ਹੋਇਆ ਹੈ? ਜਿਵੇਂ ਪਹਿਲਾਂ ਇੱਕੇ ਵਾਰ ਤੀਰ ਆਏ ਸਨ। ਹਿੰਦੂਆਂ ਦੇ ਇਹ ਪੀਰ ਕਹਾਉਂਦੇ ਹਨ, ਕਰਾਮਾਤ ਕਰਕੇ ਇਹ ਗੋਲੇ ਅੱਗੇ ਆਏ ਹਨ। ਘੋੜਿਆਂ ਦੇ ਅੰਗ ਟੁੱਟ ਗਏ ਹਨ। ਬਹੁਤ ਸੂਰਬੀਰ ਗੋਲੇ ਲੱਗਣ ਨਾਲ ਡਿੱਗ ਪਏ। ਓਟ ਵਿੱਚ ਜਾ ਕੇ ਖੜ੍ਹੇ ਹੋ ਜਾਂਦੇ ਸਨ।
ਨਿਵਾਸ ਸਥਾਨ ਵੱਲ ਬਹੁਤ ਵੇਖਦੇ ਸਨ। ਸ਼ਾਮ ਹੋਣ ਤੱਕ ਦੋਵੇਂ ਤੋਪਾਂ ਬਾਘਨ ਤੇ ਬਿਜ ਘੋਖਣ ਚੱਲਦੀਆਂ ਰਹੀਆਂ। ਬੜੀਆਂ ਛੇਤੀ ਜਾ ਕੇ ਲੱਗਦੀਆਂ ਸਨ ਅਤੇ ਸਭ ਕੁਝ ਤਬਾਹ ਕਰ ਦਿੰਦੀਆਂ ਸਨ ਅਤੇ ਸੂਰਬੀਰਾਂ ਨੂੰ ਜਿਉਂਦੇ ਨਹੀਂ ਛੱਡਦੀਆਂ ਸਨ। ਸੋਦਰ ਰਹਿਰਾਸ ਦੀ ਬਾਣੀ ਨੂੰ ਸੁਣ ਕੇ ਪੂਰਨ ਸਤਿਗੁਰੂ ਜੀ ਹਨੇਰਾ ਹੋਇਆ ਵੇਖ ਕੇ ਉੱਠ ਕੇ ਘਰ ਨੂੰ ਆ ਗਏ। ਤੋਪਾਂ ਕਿਸੇ ਹੋਰ ਸਥਾਨ 'ਤੇ ਖੜੀਆਂ ਕਰ ਦਿੱਤੀਆਂ ਅਤੇ ਵਾਹਿਗੁਰੂ ਜੀ ਕੀ ਫਤਿਹ ਗਜਾਈ। ਫਿਰ ਲੰਗਰ ਵਰਤਾ ਦਿੱਤਾ ਅਤੇ ਸਾਰੇ ਲੰਗਰ ਛਕ ਕੇ ਆਪਣੇ ਆਪਣੇ ਸਥਾਨਾਂ 'ਤੇ ਚਲੇ ਗਏ। ਤੁਰਕਾਂ ਤੋਂ ਸਾਵਧਾਨ ਹੋ ਕੇ ਰਹਿੰਦੇ ਸਨ, ਸਦਾ ਮਾਰਦੇ ਸਨ ਅਤੇ ਮਾਰ ਨਹੀਂ ਖਾਂਦੇ ਸਨ। ਵਜ਼ੀਦ ਖਾਨ ਅਤੇ ਲਾਹੌਰ ਦੇ ਸੂਬੇ ਨੇ ਫਿਰ ਤੁਰੰਤ ਆਪਣਾ ਡੇਰਾ ਉੱਥੋਂ ਚੁੱਕ ਲਿਆ। ਉਹ ਡੇਰੇ ਨੂੰ ਕਿਸੇ ਹੋਰ ਜਗ੍ਹਾ ਲੈ ਗਏ ਜਿੱਥੇ ਪੱਕੀ ਓਟ ਸੀ ਅਤੇ ਰਹਿਣ ਵਾਸਤੇ ਬੜੇ ਸੁਚੇਤ ਹੋ ਕੇ ਵੇਖਿਆ। ਤੰਬੂ ਸਾਰੇ ਪੁੱਟ ਲਏ ਅਤੇ ਉੱਥੇ ਜਾ ਲਾਏ ਜਿੱਥੇ ਚੰਗਾ ਸਥਾਨ ਸਮਝਿਆ। ਰਾਤ ਨੂੰ ਸਾਵਧਾਨ ਹੋ ਕੇ ਜਾਗਦੇ ਸਨ ਅਤੇ ਸਿਪਾਹੀਆਂ ਨੂੰ ਬਹੁਤ ਵਾਰ ਸੁਚੇਤ ਰਹਿਣ ਨੂੰ ਕਹਿੰਦੇ ਸਨ। ਸੂਬੇ ਦਿਨ ਰਾਤ ਬਹੁਤ ਡਰਦੇ ਸਨ ਅਤੇ ਆਪਣਾ ਨਿਵਾਸ ਸਥਾਨ ਦੂਰ ਦੂਰ ਲਈ ਜਾਂਦੇ ਸਨ। ਜਿਹੜੇ ਸਿੰਘ ਕਿਸੇ ਦੇਸ਼ ਤੋਂ ਇਕੱਠੇ ਹੋ ਕੇ ਆਏ ਸਨ ਉਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆ ਦਾਖਲ ਹੋਏ ਸਨ। ਅਨੇਕਾਂ ਪ੍ਰਕਾਰ ਦੇ ਦਾਅ ਘਾਹ ਲਾ ਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪ੍ਰਵੇਸ਼ ਕਰ ਜਾਂਦੇ ਸਨ। ਦਿਲ ਵਿੱਚ ਗੁਰੂ ਜੀ ਦੇ ਵਾਸਤੇ ਵਿਸ਼ਾਲ ਸ਼ਰਧਾ ਧਾਰਨ ਕੀਤੀ ਸੀ। ਜਦੋਂ ਤੁਰਕਾਂ ਨੂੰ ਇਸ ਬਾਰੇ ਪਤਾ ਲੱਗਦਾ ਸੀ ਕਿ ਹੋਰ ਸਿੰਘ ਆ ਕੇ ਅੰਦਰ ਚਲੇ ਗਏ ਸਨ, ਤਦ ਪਛਤਾਉਂਦੇ ਸਨ ਕਿ ਇਸ ਪ੍ਰਕਾਰ ਦਿਨੋਂ ਦਿਨ ਤੁਰਕਾਂ ਦੀ ਹਾਨੀ ਕਰਨਗੇ, ਕਿਉਂਕਿ ਗੁਰੂ ਜੀ ਵਾਸਤੇ ਅੰਦਰ ਹੋਰ ਕੁਮਕ ਪਹੁੰਚ ਰਹੀ ਸੀ। ਸ਼੍ਰੀ ਅਨੰਦਪੁਰ ਸਾਹਿਬ ਦੇ ਦੂਰ ਦੂਰ ਘੇਰਾ ਪਾ ਕੇ ਮੋਰਚੇ ਲੱਗੇ ਸਨ। ਲੱਖਾਂ ਫੌਜਾਂ ਚਾਰੇ ਪਾਸੇ ਉਤਰੀਆਂ ਸਨ ਅਤੇ ਉਹਨਾਂ ਨੇ ਵੱਡੇ ਵੱਡੇ ਡੇਰੇ ਲਾਏ ਸਨ। 2-3 ਮਹੀਨੇ ਇਸ ਪ੍ਰਕਾਰ ਬੀਤ ਗਏ। ਤੁਰਕਾਂ ਅਤੇ ਪਹਾੜੀਆਂ ਨੇ ਦੂਰ ਦੂਰ ਹਟ ਕੇ ਡੇਰੇ ਕੀਤੇ ਹੋਏ ਸਨ। ਤੁਰਕ ਸਰਦਾਰ ਇਸ ਪ੍ਰਕਾਰ ਕਹਿੰਦੇ ਹਨ, ਗੁਰੂ ਜੀ ਦੇ ਨਾਲ ਲੜਿਆ ਨਹੀਂ ਜਾਂਦਾ, ਹਜ਼ਾਰਾਂ ਸੂਰਬੀਰਾਂ ਨੂੰ ਖਪਾ ਦਿੰਦੇ ਹਨ। ਸਾਰੇ ਨਗਰ ਨੂੰ ਘੇਰ ਕੇ ਡੇਰਾ ਜਮਾਈ ਰੱਖੋ। ਜਦ ਭੋਜਨ ਪ੍ਰਾਪਤ ਨਹੀਂ ਹੋਵੇਗਾ ਤਾਂ ਆਪ ਨੂੰ ਮਿਲ ਪੈਣਗੇ ਜਾਂ ਨਿਕਲ ਕੇ ਚਲੇ ਜਾਣਗੇ। ਅਨਾਜ ਤੋਂ ਬਗੈਰ ਕਿਵੇਂ ਸਮਾਂ ਬਤੀਤ ਕਰਨਗੇ। ਜਿਹੜੇ ਮੋਰਚੇ ਨੇੜੇ ਸਨ ਉਹਨਾਂ ਨੇ ਵੀ ਡਰ ਮੰਨ ਕੇ ਦੂਰ ਦੂਰ ਜਾ ਕੇ ਡੇਰੇ ਲਾ ਲਏ। ਇੱਕ ਉਪਰਾਲਾ ਸਾਰੇ ਸਿੱਧ ਕਰਦੇ ਸਨ ਕਿ ਅਨਾਜ ਆਦਿ ਅੰਦਰ ਨਹੀਂ ਜਾਣਾ ਚਾਹੀਦਾ ਹੈ। ਬਹੁਤਾ ਅਨਾਜ ਗੁਰੂ ਘਰ ਵਿੱਚ ਜਮ੍ਹਾਂ ਨਹੀਂ ਹੈ। ਉਪਹਾਰ ਆਉਣ ਨਾਲ ਖਰਚ ਕੇ ਖਾਂਦੇ ਹਨ। ਹਜ਼ਾਰਾਂ ਮਣ ਅਨਾਜ ਨਿਤ ਚਾਹੀਦਾ ਹੈ, ਜਿਸ ਨੂੰ ਖਾ ਕੇ ਪ੍ਰਾਣ ਬਚਦੇ ਹਨ। ਇੱਕ ਕਨ੍ਹਈਆ ਨਾਮ ਦਾ ਸਾਧੂ ਗੁਰੂ ਜੀ ਦੇ ਪਾਸ ਰਹਿੰਦਾ ਸੀ। ਉਹ ਸਾਰਿਆਂ ਵਿੱਚ ਇੱਕੋ ਆਤਮਾ ਦਾ ਪ੍ਰਕਾਸ਼ ਸਮਝਦਾ ਸੀ। ਉਸ ਨੂੰ ਨਾ ਕਿਸੇ ਨਾਲ ਪ੍ਰੇਮ ਸੀ, ਨਾ ਕਿਸੇ ਨਾਲ ਈਰਖਾ ਸੀ ਅਤੇ ਨਾ ਹੀ ਉਸ ਨੂੰ ਕਿਸੇ ਪ੍ਰਕਾਰ ਦਾ ਦੁੱਖ ਸੁੱਖ ਸੀ। ਉਸ ਨੂੰ ਕੋਈ ਵੀ ਆਪਣਾ ਵੈਰੀ ਨਹੀਂ ਸੀ ਲੱਗਦਾ। ਉਹ ਪਾਣੀ ਦੀ ਮਸ਼ਕ ਭਰ ਕੇ ਆਪਣੇ ਪਾਸ ਰੱਖਦਾ ਸੀ ਅਤੇ ਜਿਹੜਾ ਪਾਣੀ ਮੰਗਦਾ ਸੀ ਉਸ ਨੂੰ ਪਿਲਾਉਂਦਾ ਸੀ। ਜਿਹੜੇ ਸਿੰਘ ਮੋਰਚੇ ਵਿੱਚ ਸਥਿਰ ਸਨ ਫਿਰ ਕੇ ਉਹਨਾਂ ਨੂੰ ਜਲ ਪਿਲਾ ਕੇ ਤ੍ਰਿਪਤ ਕਰਦਾ ਸੀ। ਜਿਹੜੇ ਤੁਰਕਾਂ ਦੇ ਨੇੜੇ ਮੋਰਚੇ ਸਨ ਉਹਨਾਂ ਨੂੰ ਪਾਣੀ ਪ੍ਰਾਪਤ ਨਹੀਂ ਸੀ ਹੁੰਦਾ ਅਤੇ ਪਿਆਸ ਬਹੁਤ ਲੱਗਦੀ ਸੀ। ਉਹ ਸਾਰਾ ਦਿਨ ਮੋਰਚੇ ਦੇ ਵਿੱਚ ਬਤੀਤ ਕਰਦੇ ਸਨ। ਹਨੇਰਾ ਹੋਣ 'ਤੇ ਉੱਠ ਕੇ ਜਾਂਦੇ ਸਨ। ਸਵੇਰਾ ਹੋਣ 'ਤੇ ਹਨੇਰੇ ਵਿੱਚ ਉਹ ਸੂਰਬੀਰ ਫਿਰ ਜਾ ਕੇ ਆਪਣੇ ਮੋਰਚਿਆਂ ਵਿੱਚ ਟਿਕਦੇ ਸਨ। ਦਿਨ ਸਮੇਂ ਭੁੱਖ ਪਿਆਸ ਬਰਦਾਸ਼ਤ ਕਰਦੇ ਸਨ। ਉਹ ਰਾਤ ਦਾ ਹਨੇਰਾ ਹੋਣ 'ਤੇ ਹੀ ਨਿਕਲ ਪਾਉਂਦੇ ਸਨ। ਉਹਨਾਂ ਉੱਤੇ ਵੀ ਭਾਈ ਕਨ੍ਹਈਆ ਜੀ ਕਿਰਪਾ ਕਰਦੇ ਸਨ। ਮਸ਼ਕਾਂ ਭਰ ਭਰ ਬਹੁਤ ਪਾਣੀ ਦਿੰਦੇ ਸਨ। ਜਿੰਨੇ ਵੀ ਮੋਰਚਿਆਂ ਵਿੱਚ ਸੂਰਬੀਰ ਰਹਿੰਦੇ ਸਨ, ਦੋਵਾਂ ਪਾਸਿਆਂ ਦੇ ਸੂਰਬੀਰ ਲੁਕ ਲੁਕ ਕੇ ਬੈਠਦੇ ਸਨ। ਪਾਣੀ ਦੋਵੇਂ ਪਾਸੇ ਦੁਰਲਭ ਹੋ ਜਾਂਦਾ ਸੀ। ਇਸ ਕਰਕੇ ਸਾਧ ਬੁੱਧੀ ਵਾਲੇ ਭਾਈ ਕਨ੍ਹਈਆ ਜੀ ਉਹਨਾਂ ਨੂੰ ਪਾਣੀ ਦਿੰਦੇ ਸਨ। ਜਿਵੇਂ ਸਿੰਘਾਂ ਨੂੰ ਜਾ ਕੇ ਪਾਣੀ ਪਿਲਾਉਂਦੇ ਸਨ, ਉਸ ਪ੍ਰਕਾਰ ਹੀ ਤੁਰਕਾਂ ਨੂੰ ਵੀ ਪਾਣੀ ਦੇ ਕੇ ਤ੍ਰਿਪਤ ਕਰਦੇ ਸਨ। ਉਹਨਾਂ ਨੂੰ ਵੇਖ ਕੇ ਖਾਲਸਾ ਗੁੱਸਾ ਕਰਦਾ ਸੀ, ਇਹ ਜਲ ਕਿਉਂ ਦਿੰਦਾ ਹੈ? ਇੱਥੇ ਤਾਂ ਬਹੁਤ ਵੈਰੀ ਰਹਿੰਦੇ ਹਨ। ਕਈ ਵਾਰੀ ਇਸ ਨੂੰ ਹਟਾਇਆ ਹੈ ਪਰ ਇਹ ਹਟਦਾ ਨਹੀਂ ਹੈ। ਫਿਰ ਜਾ ਕੇ ਵੈਰੀਆਂ ਨੂੰ ਪਾਣੀ ਦੇ ਦਿੰਦਾ ਹੈ। ਇੱਕ ਦਿਨ ਦਇਆ ਦੇ ਸਾਗਰ ਸਤਿਗੁਰੂ ਜੀ ਦੇ ਪਾਸ ਪੁਕਾਰ ਕਰਕੇ ਬੇਨਤੀ ਕੀਤੀ, ਅਸੀਂ ਆਪਣੇ ਵੱਡੇ ਵੈਰੀ ਨੂੰ ਬਹੁਤ ਤੰਗ ਕਰਦੇ ਹਾਂ। ਉਹ ਆਪਣੇ ਮੋਰਚਿਆਂ ਵਿੱਚ ਡਰਦੇ ਮਾਰੇ ਲੁਕ ਕੇ ਰਹਿੰਦੇ ਹਨ। ਅਸੀਂ ਕੁਝ ਖਾਣ ਪੀਣ ਵਾਸਤੇ ਵੀ ਉਹਨਾਂ ਨੂੰ ਪਹੁੰਚਣ ਨਹੀਂ ਦਿੰਦੇ ਹਾਂ। ਸਾਰਾ ਦਿਨ ਉਹਨਾਂ ਨੂੰ ਦੁੱਖ ਦਿੰਦੇ ਹਾਂ। ਫਿਰ ਉੱਥੇ ਜਲ ਲੈ ਕੇ ਭਾਈ ਕਨ੍ਹਈਆ ਜੀ ਪਹੁੰਚ ਜਾਂਦੇ ਹਨ ਅਤੇ ਉਹਨਾਂ ਨੂੰ ਬਹੁਤ ਪਾਣੀ ਦੇ ਕੇ
ਤ੍ਰਿਪਤ ਕਰਦੇ ਹਨ। ਅਸੀਂ ਬਹੁਤ ਵਰਜ ਰਹੇ ਹਾਂ, ਪਰ ਉਹ ਮੰਨਦਾ ਨਹੀਂ। ਇਸ ਕਰਕੇ ਅਸੀਂ ਉਸ ਵਿੱਚ ਦੋਸ਼ ਪਛਾਣਦੇ ਹਾਂ। ਉਹ ਪਹਾੜੀ ਰਾਜਿਆਂ ਨਾਲ ਮਿਲਿਆ ਜਾਪਦਾ ਹੈ। ਉਹ ਕੁਝ ਲਾਲਚ ਕਰਕੇ ਪਾਣੀ ਦਿੰਦਾ ਪ੍ਰਤੀਤ ਹੁੰਦਾ ਹੈ। ਨਹੀਂ ਤਾਂ ਅਸੀਂ ਵੈਰੀ ਨੂੰ ਤੰਗ ਕਰ ਕਰਕੇ ਮਾਰ ਕੇ ਉਹਨਾਂ ਦੇ ਸਰੀਰ ਨਾਸ਼ ਕਰ ਦਿੱਤੇ ਹੁੰਦੇ। ਇਸ ਪ੍ਰਕਾਰ ਸਿੰਘਾਂ ਦੀ ਪੁਕਾਰ ਸੁਣ ਕੇ ਗੁਰੂ ਜੀ ਨੇ ਸਾਧੂ ਕਨ੍ਹਈਏ ਨੂੰ ਆਪਣੇ ਪਾਸ ਬੁਲਾਇਆ। ਗੁਰੂ ਜੀ ਨੇ ਉਸ ਨੂੰ ਬੜਾ ਸਨਮਾਨ ਦੇ ਕੇ ਆਪਣੇ ਪਾਸ ਬਿਠਾਇਆ। ਸਤਿਗੁਰੂ ਜੀ ਨੇ ਫਿਰ ਮੁਖ ਤੋਂ ਬਚਨ ਕੀਤਾ, ਹੇ ਸਾਧੂ, ਦੱਸੋ ਕਿਉਂ ਝਗੜਾ ਬਰਦਾਸ਼ਤ ਕਰਦੇ ਹੋ? ਆਨੰਦ ਪ੍ਰਸੰਨ ਹੋ ਕੇ ਬੈਠੇ ਕਿਉਂ ਨਹੀਂ ਰਹਿੰਦੇ ਹੋ? ਜੰਗ ਦੇ ਵਿੱਚ ਇੱਧਰ ਉੱਧਰ ਫਿਰਦੇ ਹੋ। ਜਲ ਪਿਲਾਉਣ ਦਾ ਹਿੱਤ ਧਾਰਨ ਕੀਤਾ ਹੈ। ਸਿੰਘਾਂ ਨੇ ਤੁਹਾਡੇ 'ਤੇ ਪੁਕਾਰ ਕੀਤੀ ਹੈ। ਬਹੁਤ ਵੈਰੀਆਂ ਨੂੰ ਤੁਸੀਂ ਦੁੱਖ ਸਮੇਂ ਪਾਣੀ ਦਿੰਦੇ ਹੋ। ਜੇ ਹਟਣਾ ਨਹੀਂ ਹੈ, ਪਾਣੀ ਪਿਆਉਣਾ ਚਾਹੁੰਦੇ ਹੋ ਤਾਂ ਆਪਣੇ ਪੱਖੀ ਸਿੱਖਾਂ ਨੂੰ ਪਾਣੀ ਦਿਓ। ਸਾਡਾ ਪਹਾੜੀ ਰਾਜਿਆਂ ਨਾਲ ਵੈਰ ਹੈ। ਜੰਗ ਦਾ ਕਾਰਨ ਕੋਈ ਨਹੀਂ। ਫਜ਼ੂਲ ਵਿੱਚ ਸਾਡੇ ਨਾਲ ਲੜਦੇ ਹਨ। ਅਸੀਂ ਉਹਨਾਂ ਦਾ ਕੋਈ ਪਿੰਡ ਜਾਂ ਨਗਰ ਨਹੀਂ ਮੱਲਿਆ। ਮੂਰਖ ਮੱਤ ਵਾਲੇ ਸਾਨੂੰ ਵੇਖ ਕੇ ਸੜਦੇ ਹਨ। ਉਹ ਤੁਰਕਾਂ ਦੀ ਜਾ ਕੇ ਸ਼ਰਨੀ ਪੈ ਗਏ ਹਨ ਅਤੇ ਸਾਡੇ ਦੋਸ਼ ਉਹਨਾਂ ਨੂੰ ਸੁਣਾਉਂਦੇ ਹਨ। ਆਪਣੀ ਸਹਾਇਤਾ ਵਾਸਤੇ ਸ਼ਾਹੀ ਲਸ਼ਕਰ ਲੈ ਕੇ ਆਏ ਹਨ। ਲੱਖਾਂ ਦੀ ਗਿਣਤੀ ਵਿੱਚ ਸੂਰਬੀਰ ਚਾਰ ਚੁਫੇਰੇ ਛਾਏ ਹਨ। ਅਨੇਕਾਂ ਯਤਨ ਕਰਕੇ ਇਹ ਵੱਡੀ ਸੈਨਾ ਇਕੱਠੀ ਕੀਤੀ ਹੈ। ਨਗਰ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਹੈ। ਸਾਨੂੰ ਕੇਵਲ ਇੱਕ ਅਕਾਲ ਪੁਰਖ ਦਾ ਆਸਰਾ ਹੈ। ਉਹ ਸਾਰੇ ਜਗਤ ਦੇ ਦੁੱਖ ਸੁੱਖ ਕਰਨ ਵਾਲਾ ਹੈ। ਵੈਰੀਆਂ ਨੇ ਆ ਕੇ ਮੋਰਚੇ ਲਾ ਲਏ ਹਨ। ਉਹਨਾਂ ਸਭ ਨੂੰ ਸਿੰਘ ਮਾਰਦੇ ਹਨ। ਵੈਰੀਆਂ ਨੂੰ ਜਲ ਨਾ ਦਿਓ, ਇਹ ਸਿੱਖਿਆ ਹਿਰਦੇ ਵਿੱਚ ਧਾਰ ਲਓ। ਸਾਧੂ ਕਨ੍ਹਈਆ ਗੁਰੂ ਜੀ ਦੇ ਬਚਨ ਸੁਣ ਕੇ ਹੱਥ ਜੋੜ ਕੇ ਤਦ ਬੋਲਿਆ, ਹੇ ਸਤਿਗੁਰੂ ਜੀ, ਤੁਹਾਡੇ ਉਪਦੇਸ਼ ਨੂੰ ਮੈਂ ਸਦਾ ਹੀ ਹਿਰਦੇ ਵਿੱਚ ਧਾਰਨ ਕਰਦਾ ਹਾਂ। ਸਦਾ ਤੁਹਾਡੇ ਉਪਦੇਸ਼ ਅਨੁਸਾਰ ਮੈਂ ਚੱਲਦਾ ਹਾਂ। ਮੈਂ ਕਦੀ ਵੀ ਇਸ ਦੇ ਉਲਟ ਕਾਰਜ ਨਹੀਂ ਕਰਦਾ ਹਾਂ। ਜਿੱਥੇ ਕਿੱਥੇ ਤੁਹਾਡਾ ਇੱਕ ਰੂਪ ਹੈ, ਮੈਂ ਦੂਸਰਾ ਰੂਪ ਕਦੀ ਨਹੀਂ ਵੇਖਿਆ ਹੈ। ਜਿਨ੍ਹਾਂ ਨੇ ਇਹ ਜਗਤ ਬਣਾਇਆ ਹੈ, ਇਸ ਵਿੱਚ ਜਿਹੜੀ 84 ਲੱਖ ਜੂਨ ਸ਼ੋਭ ਰਹੀ ਹੈ, ਸਾਰਿਆਂ ਵਿੱਚ ਆਪ ਜੀ ਇੱਕ ਸਮਾਨ ਬਿਰਾਜ ਰਹੇ ਹੋ। ਵੈਰੀ ਮਿੱਤਰ ਕੋਈ ਵੀ ਜਾਣਿਆ ਨਹੀਂ ਜਾਂਦਾ ਹੈ। ਸਭ ਥਾਂ ਤੁਹਾਡਾ ਹੀ ਰੂਪ ਵੇਖਦਾ ਹਾਂ। ਕੋਈ ਵੀ ਭੇਦ ਭਿੰਨ ਨਹੀਂ ਵਿਚਾਰਦਾ ਹਾਂ। ਮੈਨੂੰ ਤਾਂ ਇਸ ਪ੍ਰਕਾਰ ਹੀ ਨਜ਼ਰ ਆਉਂਦਾ ਹੈ, ਤੁਹਾਡੇ ਬਗੈਰ ਕੋਈ ਦੂਸਰਾ ਦਿਖਾਈ ਨਹੀਂ ਦਿੰਦਾ ਹੈ। ਇਸ ਪ੍ਰਕਾਰ ਆਪ ਜੀ ਦਾ ਉਪਦੇਸ਼ ਹੈ, ਉਸ ਨੂੰ ਮੈਂ ਕਿਸੇ ਕਲੇਸ਼ ਤੋਂ ਬਗੈਰ ਹਿਰਦੇ ਵਿੱਚ ਧਾਰਨ ਕੀਤਾ ਹੈ। ਇਸ ਪ੍ਰਕਾਰ ਸਿੰਘਾਂ ਵਿੱਚ ਆਪ ਹੀ ਬਿਰਾਜਦੇ ਹੋ। ਉਧਰ ਤੁਰਕਾਂ ਵਿੱਚ ਵੀ ਆਪ ਹੀ ਸਜ ਰਹੇ ਹੋ। ਪਹਾੜੀਆਂ ਵਿੱਚ ਵੀ ਕੋਈ ਦੂਸਰਾ ਨਹੀਂ ਹੈ। ਜਿੱਥੇ ਕਿੱਥੇ ਆਪ ਜੀ ਦੀ ਪੂਜਾ ਹੁੰਦੀ ਹੈ। ਜਲ ਥਲ, ਸਾਰੇ ਆਕਾਸ਼ ਅਤੇ ਸਾਰੀਆਂ ਧਰਤੀਆਂ ਉੱਤੇ ਇਹ ਸਾਰੇ ਸੋਹਣੇ ਖੇਲ ਆਪ ਜੀ ਦੇ ਹੀ ਹਨ। ਇਸ ਪ੍ਰਕਾਰ ਸੰਤ ਕਨ੍ਹਈਏ ਪਾਸੋਂ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਸਤਿਗੁਰੂ ਜੀ ਫਿਰ ਮੁਖ ਤੋਂ ਮੁਸਕਰਾ ਕੇ ਬੋਲੇ, ਹੇ ਕਿਰਪਾ ਨਿਧਾਨ ਖਾਲਸਾ ਜੀ, ਸੁਣੋ। ਇਹ ਕਨ੍ਹਈਆ ਸਾਧੂ ਬਿਰਤੀ ਵਾਲਾ ਹੈ। ਇਸ ਨੇ ਇਹ ਚਰਿੱਤਰ ਸਮਝ ਲਿਆ ਹੈ ਕਿ ਅਨੇਕਤਾ ਅਸਲ ਵਿੱਚ ਇੱਕ ਹੈ। ਇਸ ਵਿੱਚ ਵੈਰੀ ਮਿੱਤਰ ਦਾ ਕੋਈ ਭੇਦ ਨਹੀਂ ਹੈ। ਇਸ ਨੂੰ ਕਿਸੇ ਵਿਧੀ ਵੀ ਕੁਝ ਨਾ ਕਹੋ। ਜਿਵੇਂ ਵੀ ਇਸ ਦੇ ਚਿੱਤ ਵਿੱਚ ਹੋਵੇ ਉਸ ਤਰ੍ਹਾਂ ਹੀ ਇਹ ਕਰੇ। ਇਸ ਨੂੰ ਕੋਈ ਵੀ ਵੈਰੀ ਨਹੀਂ ਲੱਗਦਾ ਹੈ। ਇਹ ਇੱਕ ਪ੍ਰਭੂ ਦਾ ਤਮਾਸ਼ਾ ਸਭ ਵਿੱਚ ਪਹਿਚਾਣਦਾ ਹੈ। ਇਸ ਦਾ ਮਨ ਉੱਚੀ ਭੂਮਿਕਾ ਵਿੱਚ ਟਿਕਿਆ ਹੈ, ਜਿਹੜਾ ਅਨੇਕਤਾ ਨੂੰ ਛੱਡ ਕੇ ਇੱਕ ਰਸ ਢਲ ਗਿਆ ਹੈ। ਇਸ ਨੇ ਆਪਣਾ ਜਨਮ ਧਨ ਕਰ ਲਿਆ ਹੈ, ਜਿਸ ਦੀ ਬਖਸ਼ਿਸ਼ ਨਾਲ ਦੁੱਖ ਦੂਰ ਹੋ ਜਾਂਦੇ ਹਨ। ਇਹ ਵੀ ਆਪਣੇ ਪੰਥ ਦਾ ਪ੍ਰਕਾਸ਼ ਕਰੇਗਾ, ਬਹੁਤ ਲੋਕਾਂ ਦੀ ਮਾੜੀ ਮੱਤ ਦਾ ਨਾਸ਼ ਕਰੇਗਾ। ਸਤਿਗੁਰੂ ਜੀ ਦੇ ਪਾਸੋਂ ਸੁਣ ਕੇ ਸਾਰੇ ਸਿੰਘ ਪ੍ਰਸੰਨ ਹੋ ਗਏ। ਈਰਖਾ ਨੂੰ ਛੱਡ ਕੇ ਬ੍ਰਹਮ ਆਨੰਦ ਪ੍ਰਾਪਤ ਕੀਤਾ। ਉਸ ਦਿਨ ਤੋਂ ਬਾਅਦ ਫਿਰ ਕਿਸੇ ਨੇ ਕੁਛ ਨਾ ਕਿਹਾ। ਪਹਿਲਾਂ ਵਾਂਗ ਹੀ ਉਹ ਪਾਣੀ ਪਿਆਉਂਦਾ ਰਿਹਾ। ਸਾਰੇ ਮੋਰਚਿਆਂ ਵਿੱਚ ਫਿਰ ਫਿਰ ਕੇ ਨਿੱਤ ਮਸ਼ਕ ਭਰ ਕੇ ਜਲ ਦਿੰਦਾ ਰਿਹਾ। ਉਹਨਾਂ ਨੂੰ ਕੋਈ ਵੀ ਗੋਲੀ ਨਹੀਂ ਮਾਰਦਾ ਸੀ। ਦੋਵਾਂ ਪਾਸਿਆਂ ਦੇ ਯੁੱਧ ਵਿੱਚ ਫਿਰਦੇ ਰਹੇ। ਦੋਵੇਂ ਪਾਸੇ ਸਾਧ ਜਾਣ ਕੇ ਬੰਦਨਾ ਕਰਦੇ ਸਨ ਅਤੇ ਜਲ ਲੈ ਕੇ ਪਿਆਸ ਦੂਰ ਕਰਦੇ ਸਨ। ਇਸ ਪ੍ਰਕਾਰ ਘੇਰਾ ਪਾ ਕੇ ਕਿਲ੍ਹੇ ਅੰਦਰ ਅਨਾਜ ਜਾਣ ਤੋਂ ਰੋਕ ਦਿੱਤਾ। ਕਈ ਦਿਨਾਂ ਤੱਕ ਅੰਦਰ ਅਨਾਜ ਖਾਧਾ। ਫਿਰ ਅਨਾਜ ਦੀ ਬਹੁਤ ਤੋਟ ਹੋਣ ਲੱਗ ਗਈ। ਜਿਹੜਾ ਨਿੱਤ ਖਾਣ ਵਾਸਤੇ
ਅਵਸ਼ਯ ਹੀ ਚਾਹੀਦਾ ਸੀ। ਸੋ ਸਾਧ ਸੰਗਤ ਜੀ, ਇੱਥੇ 6ਵੀਂ ਰੁੱਤ ਦਾ 18ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।